ਪਸ਼ੂ ਪਾਲਕ ਸਾਥੀਓ, ਪੰਜਾਬ ਦੇ ਵਿੱਚ ਪਸ਼ੂ ਪਾਲਣ ਦਾ ਕਿੱਤਾ ਕਿਸਾਨੀ ਜੀਵਨ ਦਾ ਇੱਕ ਅਟੁੱਟ ਹਿੱਸਾ ਹੈ। ਭਾਵੇਂ ਕਿ ਅਸੀਂ ਸਦੀਆਂ ਤੋਂ ਹੀ ਪਸ਼ੂ ਪਾਲਦੇ ਆਏ ਹਾਂ, ਪਰ ਅੱਜ ਸਾਡੇ ਸਮਾਜ ਦੀਆਂ ਬਦਲਦੀਆਂ ਹੋਈਆਂ ਲੋੜਾਂ ਦੇ ਨਾਲ ਪਸ਼ੂ ਪਾਲਣ ਦੇ ਕਿੱਤੇ ਦੇ ਵਿੱਚ ਵੀ ਕਈ ਸਾਰੇ ਬਦਲਾਅ ਆ ਚੁੱਕੇ ਹਨ। ਡੇਅਰੀ ਫਾਰਮਿੰਗ ਦਾ ਕਿੱਤਾ ਅੱਜ ਇੱਕ ਵਪਾਰਕ ਪੱਧਰ ਦਾ ਕੰਮ ਬਣ ਚੁੱਕਿਆ ਹੈ, ਜਿਸ ਦੇ ਵਿੱਚ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੀ ਹੀ ਇੱਕ ਤਕਨੀਕ ਹੈ ਖੁਰਾਕ ਦੇ ਵਿੱਚ ਸਾਈਲੇਜ ਦੀ ਵਰਤੋਂ, ਜਿਸ ਦੇ ਉੱਤੇ ਅੱਜ ਦਾ ਸਾਡਾ ਪ੍ਰੋਗਰਾਮ ਵੀ ਆਧਾਰਿਤ ਹੈ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਅੱਜ ਅਸੀਂ ਜਾਣਕਾਰੀ ਲਵਾਂਗੇ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਬਾਰੇ, ਅਤੇ ਉਸ ਤੋਂ ਬਾਅਦ ਦੂਜੇ ਹਿੱਸੇ ਦੇ ਵਿੱਚ ਸਾਈਲੇਜ ਦੀ ਕੁਆਲਿਟੀ ਦੇ ਉੱਤੇ ਗੱਲਬਾਤ ਕਰਾਂਗੇ। ਸੋ ਆਓ ਵਧਦੇ ਹਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਗਿਆਨ ਅਤੇ ਵਿਗਿਆਨ ਵੱਲ। ਪਸ਼ੂ ਪਾਲਣ ਸੁਨੇਹੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇੱਕ ਮਹੱਤਵਪੂਰਨ ਫਸਲ ਬਾਰੇ ਜਾਣਕਾਰੀ ਲੈਣ ਲਈ ਸੱਦਾ ਦਿੱਤਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫਸਲ ਵਿਗਿਆਨੀ ਡਾਕਟਰ ਨਵਜੋਤ ਸਿੰਘ ਬਰਾੜ ਜੀ ਨੂੰ। ਡਾਕਟਰ ਸਾਹਿਬ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਧੰਨਵਾਦ ਡਾਕਟਰ ਸਾਹਿਬ। ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਬਾਰੇ ਅਸੀਂ ਡਾਕਟਰ ਸਾਹਿਬ ਦੇ ਨਾਲ ਅੱਜ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਪੰਜਾਬ ਦੇ ਵਿੱਚ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇਹਦਾ ਕੀ ਕਾਰਨ ਹੈ ਤੇ ਡੇਅਰੀ ਫਾਰਮਿੰਗ ਦੇ ਵਿੱਚ ਇਹਦੀ ਕੀ ਮਹੱਤਤਾ ਹੈ? ਸੋ ਡਾਕਟਰ ਸਾਹਿਬ, ਜੇ ਬਹਾਰ ਰੁੱਤ ਦੀ ਮੱਕੀ ਦੀ ਗੱਲ ਕਰੀਏ ਤੇ ਜੇ ਡੇਅਰੀ ਫਾਰਮਿੰਗ ਦੇ ਵਿੱਚ ਜੇ ਅਸੀਂ ਹਰੇ ਚਾਰੇ ਦਾ ਅਚਾਰ ਪਾਉਣਾ ਆ ਤੇ ਉਹਦੇ ਲਈ ਪੰਜਾਬ ਵਿੱਚ ਜਿਹੜੀ ਮੁੱਖ ਫਸਲ ਜਿਹੜੀ ਵਰਤੀ ਜਾਂਦੀ ਹੈ ਉਹ ਬਹਾਰ ਰੁੱਤ ਦੀ ਮੱਕੀ ਆ। ਕਿਉਂਕਿ ਇਹ ਜਿਹੜੀ ਹੈਗੀ ਆ ਫਸਲ ਜਦੋਂ ਅਸੀਂ ਸਹੀ ਸਮੇਂ ਤੇ ਬੀਜ ਦਿੰਦੇ ਹਾਂ ਤੇ ਤਕਰੀਬਨ ਇਹ 80 ਤੋਂ 90 ਦਿਨ ਦੇ ਵਿੱਚ ਦੁੱਧ ਦੇ ਦਾਣੇ ਤੇ ਪਹੁੰਚ ਜਾਂਦੀ ਆ। ਸੋ ਉਦੋਂ ਕਿਸਾਨ ਵੀਰ ਇਹਦਾ ਅਚਾਰ ਪਾ ਲੈਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਜਗ੍ਹਾ ਆ, ਤੁਹਾਡੀ ਜ਼ਮੀਨ ਹੈਗੀ ਆ, ਉਹ ਅਗਲੀ ਫਸਲ ਲਈ ਖਾਲੀ ਹੋ ਜਾਂਦੀ ਆ। ਸੋ ਇਸ ਲਈ ਸਭ ਤੋਂ ਵੱਧ ਜਿਹੜੀ ਕਾਸ਼ਤ ਹੈਗੀ ਆ ਇਹਦੀ ਦੁਧਾਰੂ ਪਸ਼ੂਆਂ ਲਈ ਹਰੇ ਚਾਰੇ ਦਾ ਅਚਾਰ ਬਣਾਉਣ ਲਈ ਹੋ ਰਹੀ ਹੈ। ਤੇ ਇਹਦੇ ਥੱਲੇ ਜਿਹੜਾ ਰਕਬਾ ਹੈਗਾ ਉਹ ਵੀ ਵੱਧ ਰਿਹਾ ਹੈ। ਇਹਦਾ ਕਾਰਨ ਇਹੀ ਹੈ ਕਿ ਵੱਧ ਤੋਂ ਵੱਧ ਡੇਅਰੀ ਫਾਰਮ ਜਿਹੜੇ ਹੈਗੇ ਆ ਉਹ ਹੁਣ ਅਚਾਰ ਬਣਾਉਣ ਵਾਲੇ ਪਾਸੇ ਆ ਰਹੇ ਆ, ਜਿਹਦੇ ਕਰਕੇ ਇੱਕ ਇਹ ਜਿਹੜਾ ਹੈਗਾ ਜਿਹੜਾ ਰੁਝਾਨ ਹੈਗਾ ਦਿਨੋਂ ਦਿਨ ਪੰਜਾਬ ਵਿੱਚ ਵੱਧ ਰਿਹਾ ਹੈ। ਡਾਕਟਰ ਸਾਹਿਬ, ਜਦੋਂ ਕਿਸੇ ਵੀ ਫਸਲ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਸਾਡੇ ਕਿਸਾਨ ਸਾਥੀਆਂ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਉਸ ਫਸਲ ਦੀਆਂ ਕਿਹੜੀਆਂ ਕਿਸਮਾਂ ਪੰਜਾਬ ਦੇ ਵਿੱਚ ਮਨਜ਼ੂਰ ਕੀਤੀਆਂ ਗਈਆਂ ਨੇ ਤੇ ਇਹਨਾਂ ਨੂੰ ਬੀਜਣ ਦਾ ਕੀ ਠੀਕ ਸਮਾਂ, ਤੇ ਉਸੇ ਤਰ੍ਹਾਂ ਬਹਾਰ ਰੁੱਤ ਦੀ ਮੱਕੀ ਬਾਰੇ ਵੀ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹਾਂਗੇ। ਸੋ ਬਹਾਰ ਰੁੱਤ ਦੀ ਮੱਕੀ ਵਿੱਚ ਜਿਹੜੀਆਂ ਕਿਸਮਾਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਆ ਉਹ ਤਾਂ ਇੱਕ ਹੈਗੀ ਆ PMH 10 ਕਿਸਮਾਂ ਜੀ, ਇੱਕ DKC 9108 ਆ, P1844 ਕਿਸਮ ਆ। ਤੇ ਇਹਨਾਂ ਦੀ ਬਿਜਾਈ ਦਾ ਜਿਹੜਾ ਢੁਕਵਾਂ ਸਮਾਂ ਹੈਗਾ ਉਹ ਹੈਗਾ 20 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ। ਪਰ ਇਹ ਸਮਾਂ ਨਿਰਭਰ ਕਰਦਾ ਕਿ ਤੁਹਾਡੇ ਖੇਤ ਵਿੱਚ ਪਹਿਲੀ ਹਾੜੀ ਵਾਲੀ ਫਸਲ ਕਿਹੜੀ ਲੱਗੀ ਹੋਈ ਹੈ। ਕਿਉਂਕਿ ਜਿਹਨਾਂ ਖੇਤਾਂ ਵਿੱਚ ਤੋਰੀਆ ਲਾਇਆ ਜਾਂ ਜਵੀ ਲੱਗੀ ਆ ਪੱਠਿਆਂ ਲਈ, ਜਾਂ ਫਿਰ ਆਲੂ ਲੱਗੇ ਆ ਜਾਂ ਮਟਰ ਲੱਗੇ ਆ, ਉਹਨਾਂ ਵਿੱਚ ਤਾਂ ਖੇਤ ਤਕਰੀਬਨ ਜਿਹੜਾ ਜਨਵਰੀ ਦੇ ਅਖੀਰ 'ਚ ਜਾਂ ਫਰਵਰੀ ਅੱਧ ਤੱਕ ਜਿਹੜੇ ਖਾਲੀ ਹੋ ਜਾਂਦੇ ਆ। ਉੱਥੇ ਕਿਸਾਨ ਵੀਰ ਉਹਨਾਂ ਦੀ ਕਟਾਈ ਕਰਕੇ ਤੇ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਕਰ ਦਿੰਦੇ ਆ ਟਾਈਮ ਸਿਰ। ਪਰ ਜਦੋਂ ਕਈ ਕਿਸਾਨ ਵੀਰ ਗੋਭੀ ਸਰੋਂ ਦੀ ਕਟਾਈ ਤੋਂ ਬਾਅਦ ਜਾਂ ਕਣਕ ਦੀ ਵਾਢੀ ਤੋਂ ਬਾਅਦ ਜਦੋਂ ਇਹਦੀ ਬਿਜਾਈ ਕਰਦੇ ਆ ਨਾ, ਉਦੋਂ ਇਹਦੀ ਬਿਜਾਈ ਲੇਟ ਹੋ ਜਾਂਦੀ ਆ। ਤਕਰੀਬਨ 15 ਅਪ੍ਰੈਲ ਤੋਂ ਵੀ ਕਈ ਵਾਰ ਲੇਟ ਚਲ ਜਾਂਦੀ ਆ। ਉਦੋਂ ਇਹਦੇ ਵਿੱਚ ਇਹ ਸਮੱਸਿਆ ਆਉਂਦੀ ਆ ਕਿ ਜਦੋਂ ਇਹਦੇ ਬੂਰ ਪੈਣ ਲੱਗਦਾ ਉਦੋਂ ਤਾਪਮਾਨ ਬਹੁਤ ਜ਼ਿਆਦਾ ਹੁੰਦਾ, ਉਹਦੇ ਨਾਲ ਉਹ ਪਰਾਗ ਕਣ ਜਿਹੜੇ ਹੈਗੇ ਉਹ ਸੁੱਕ ਜਾਂਦੇ ਆ। ਇਸ ਲਈ ਉਹ ਦਾਣੇ ਬਹੁਤ ਘੱਟ ਪੈਂਦੇ ਆ ਤੇ ਝਾੜ ਇਹਦਾ ਘੱਟ ਜਾਂਦਾ ਆ। ਤੇ ਉਦੋਂ ਲੇਟ ਬੀਜੀ ਮੱਕੀ ਵਿੱਚ ਪਾਣੀ ਵੀ ਵੱਧ ਲੱਗਦੇ ਆ। ਸੋ ਇਸ ਲਈ ਇਹਦੀ ਗੁਣਵੱਤਾ ਵੀ ਘਟਦੀ ਆ ਤੇ ਇਹਦੇ ਝਾੜ ਤੇ ਵੀ ਅਸਰ ਪੈਂਦਾ ਆ। ਸੋ ਇਸ ਲਈ ਇਹ ਬਹੁਤ ਜ਼ਰੂਰੀ ਆ ਕਿ ਜਿੱਥੇ ਵੀ ਇਹਦੀ ਕਾਸ਼ਤ ਕਰਨੀ ਆ, ਕੋਸ਼ਿਸ਼ ਕੀਤੀ ਜਾਵੇ ਕਿ ਫਰਵਰੀ ਮਹੀਨੇ ਦੇ ਵਿੱਚ ਇਹਦੀ ਬਿਜਾਈ ਜਿਹੜੀ ਆ ਮੁਕੰਮਲ ਕਰ ਲਈ ਜਾਏ। ਜੀ ਬਿਲਕੁਲ। ਸੋ ਕਿਸਾਨ ਸਾਥੀਓ, ਬਹਾਰ ਰੁੱਤ ਦੀ ਮੱਕੀ ਹੈ ਉਹਨੂੰ 15 ਫਰਵਰੀ ਤੱਕ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਕਿ ਕਾਸ਼ਤ ਕਰ ਲੈਣੀ ਚਾਹੀਦੀ ਹੈ। ਉਸ ਤੋਂ ਬਾਅਦ ਇਹਦੀ ਬਿਜਾਈ ਹੈ ਜਿਹੜੀ ਉਹਨੂੰ ਲੇਟ ਨਹੀਂ ਕਰਨਾ ਚਾਹੀਦਾ। ਡਾਕਟਰ ਸਾਹਿਬ, ਹੁਣ ਇਸ ਦੇ ਨਾਲ ਹੀ ਸਾਨੂੰ ਦੱਸੋ ਕਿ ਇਸ ਮੱਕੀ ਦੇ ਵਿੱਚ ਜੇ ਆਪਾਂ ਖਾਦਾਂ ਦੀ ਵਰਤੋਂ ਕਰਨੀ ਹੈ ਤਾਂ ਉਹਦਾ ਕੀ ਢੰਗ ਹੋਣਾ ਚਾਹੀਦਾ? ਸੋ ਕਿਸਾਨ ਵੀਰੋ, ਜਿਹੜੇ ਖੇਤ ਵਿੱਚ ਤੁਸੀਂ ਕੋਈ ਵੀ ਫਸਲ ਬੀਜਣੀ ਆ ਉੱਥੇ ਪਹਿਲਾਂ ਇਹ ਬਹੁਤ ਜ਼ਰੂਰੀ ਆ ਕਿ ਉਸ ਖੇਤ ਦੀ ਅਸੀਂ ਮਿੱਟੀ ਪਰਖ ਜ਼ਰੂਰ ਕਰਾਈਏ, ਤਾਂ ਕਿ ਸਾਨੂੰ ਪਹਿਲਾਂ ਹੀ ਪਤਾ ਹੋ ਸਕੇ ਕਿ ਇਸ ਮਿੱਟੀ ਵਿੱਚ ਕਿਹੜੇ ਖੁਰਾਕੀ ਤੱਤ ਕਿੰਨੀ ਮਾਤਰਾ ਵਿੱਚ ਮੌਜੂਦ ਆ ਤੇ ਕਿਹਨਾਂ ਦੀ ਘਾਟ ਆ, ਤਾਂ ਕਿ ਉਸ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਖਾਦਾਂ ਦੀ ਵਰਤੋਂ ਕਰ ਸਕੀਏ। ਜੇ ਬਹਾਰ ਰੁੱਤ ਦੀ ਮੱਕੀ ਦੀ ਗੱਲ ਕਰੀਏ ਤੇ ਇਹਦੇ ਵਿੱਚ ਯੂਨੀਵਰਸਿਟੀ ਦੀ ਜਿਹੜੀ ਸਿਫਾਰਿਸ਼ ਹੈਗੀ ਕਿ ਪਹਿਲਾਂ ਦੇ ਬਿਜਾਈ ਤੋਂ ਪਹਿਲਾਂ 6 ਟਨ ਰੂੜੀ ਜਿਹੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਖੇਤ ਵਿੱਚ ਪਾਓ। ਉਹਦੇ ਨਾਲ ਜਿਹੜੇ ਹੈਗੇ ਆ ਖੁਰਾਕੀ ਤੱਤ ਰੂੜੀ ਤੋਂ ਬਹੁਤ ਸਾਰੇ ਜਿਹੜੇ ਹੈਗੇ ਮੱਕੀ ਨੂੰ ਮਿਲ ਜਾਂਦੇ ਆ। ਤੇ ਦੂਸਰਾ, ਜੇ ਤੁਸੀਂ ਮਿੱਟੀ ਪਰਖ ਨਹੀਂ ਕਰਵਾਈ ਤੇ ਜਿਹੜੀਆਂ ਦਰਮਿਆਨੀਆਂ ਜ਼ਮੀਨਾਂ ਲਈ ਯੂਨੀਵਰਸਿਟੀ ਦੀ ਸਿਫਾਰਿਸ਼ ਹੈਗੀ ਆ ਉਹ ਹੈਗੀ ਤੁਸੀਂ 55 ਕਿਲੋ DAP ਤੇ 90 ਕਿਲੋ ਯੂਰੀਆ ਜਿਹੜਾ ਹੈਗਾ ਉਹ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣਾ ਆ।
DAP ਜਿਹੜਾ ਹੈਗਾ ਸਾਰੇ ਦਾ ਸਾਰਾ ਤੁਸੀਂ ਬਜਾਈ ਵੇਲੇ ਪਾਉਣਾ, ਤੇ ਜਿਹੜਾ ਯੂਰੀਆ ਹੈਗਾ ਉਹ 3 ਬਰਾਬਰ ਕਿਸ਼ਤਾਂ ਵਿੱਚ 30 ਕਿਲੋ ਬਜਾਈ ਵੇਲੇ, 30 ਕਿਲੋ ਤੁਹਾਡੀ ਜਦੋਂ ਮੱਕੀ ਗੋਡੇ ਗੋਡੇ ਹੋ ਜਾਏ, ਤੇ 30 ਕਿਲੋ ਜਦੋਂ ਬੂਰ ਪੈਣ ਲੱਗਦਾ ਉਸ ਤੋਂ ਪਹਿਲਾਂ ਜਿਹੜੀ ਹੈਗੀ ਆ ਇਹ ਜਿਹੜੀ ਮਾਤਰਾ ਖਾਦਾਂ ਦੀ ਤੁਸੀਂ ਪਾ ਦੇਣੀ ਆ। ਦੂਸਰੀ, ਜੇ ਮਿੱਟੀ ਪਰਖ ਦੇ ਆਧਾਰ ਤੇ ਤੁਹਾਡੇ ਖੇਤ ਵਿੱਚ ਪੋਟਾਸ਼ ਦੀ ਮਾਤਰਾ ਘੱਟ ਆ ਤੇ ਉੱਥੇ ਤੁਸੀਂ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਬਜਾਈ ਵੇਲੇ ਪਾਉਣਾ ਆ। ਤੇ ਜੇ ਜ਼ਿੰਕ ਦੀ ਘਾਟ ਆ ਤੁਹਾਡੀਆਂ ਜ਼ਮੀਨਾਂ 'ਚ, ਕਿਉਂਕਿ ਜ਼ਿੰਕ ਦੀ ਘਾਟ ਨਾਲ ਜਿਹੜੇ ਹੈਗੇ ਬੂਟੇ ਕਈ ਵਾਰ ਮਧਰੇ ਰਹਿ ਜਾਂਦੇ ਆ, ਝਾੜ ਪੂੜਾ ਨਹੀਂ ਆਉਂਦਾ ਫਸਲ ਦਾ। ਜ਼ਿੰਕ ਦੀ ਘਾਟ ਪੰਜਾਬ ਵਿੱਚ ਕਈ ਇਲਾਕਿਆਂ ਵਿੱਚ ਜਿਹੜੀ ਆ ਉਹ ਦੇਖੀ ਗਈ ਆ। ਉਹਨਾਂ ਖੇਤਾਂ ਵਿੱਚ ਤਾਂ ਤੁਸੀਂ 10 ਕਿਲੋ ਜ਼ਿੰਕ ਸਲਫੇਟ 21% ਜਾਂ 6.5 ਕਿਲੋ ਜ਼ਿੰਕ ਸਲਫੇਟ 33% ਜਿਹੜਾ ਆਉਂਦਾ ਆ, ਉਹ ਜਿਹੜੀ ਹੈਗੀ ਉਹਦੀ ਵਰਤੋਂ ਕਰਕੇ ਉਹਦੀ ਘਾਟ ਜਿਹੜੀ ਪੂਰੀ ਕਰ ਸਕਦੇ ਹੋ। ਡਾਕਟਰ ਸਾਹਿਬ, ਇਸ ਤੋਂ ਬਾਅਦ ਹੁਣ ਅਸੀਂ ਜਾਣਨਾ ਚਾਹਾਂਗੇ ਕਿ ਬਹਾਰ ਰੁੱਤ ਦੀ ਮੱਕੀ ਦੇ ਵਿੱਚ ਪਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਇਹਦੀ ਸਿੰਚਾਈ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਸੋ ਇਹ ਬਹੁਤ ਵਧੀਆ ਕੁਐਸਚਨ ਆ ਤੁਹਾਡਾ ਡਾਕਟਰ ਸਾਹਿਬ, ਕਿਉਂਕਿ ਜਿਹੜੀ ਮੇਨ ਗੱਲ ਧਿਆਨ ਦੇਣ ਯੋਗ ਆ ਬਹਾਰ ਰੁੱਤ ਦੀ ਮੱਕੀ ਵਿੱਚ ਉਹ ਹੈਗਾ ਪਾਣੀ ਦਾ ਪ੍ਰਬੰਧ। ਕਿਉਂਕਿ ਜਦੋਂ ਇਹ ਫਸਲ ਦੀ ਅਸੀਂ ਕਾਸ਼ਤ ਕਰਦੇ ਹਾਂ ਤੇ ਉਦੋਂ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਆ, ਇਸ ਕਰਕੇ ਇਹਨੂੰ ਪਾਣੀ ਜ਼ਿਆਦਾ ਲੱਗਦੇ ਆ। ਸੋ ਇਸ ਲਈ ਬਹੁਤ ਜ਼ਰੂਰੀ ਆ ਕਿ ਪਾਣੀ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਇਹਦੇ ਵਿੱਚ ਪਾਣੀ ਦੀ ਵੱਧ ਤੋਂ ਵੱਧ ਬਚਤ ਕੀਤੀ ਜਾ ਸਕੇ। ਸੋ ਜਦੋਂ ਅਸੀਂ ਫਰਵਰੀ ਦੇ ਮਹੀਨੇ ਵਿੱਚ ਇਹਦੀ ਬਿਜਾਈ ਕਰ ਦਿੰਦੇ ਆ ਤੇ ਉਦੋਂ ਅਸੀਂ ਪਹਿਲਾ ਪਾਣੀ ਇਹਨੂੰ 20 ਤੋਂ 25 ਦਿਨਾਂ ਤੇ ਲਾਉਣਾ ਆ। ਉਸ ਤੋਂ ਬਾਅਦ ਜਿਹੜੇ 10 ਫਰਵਰੀ ਤੱਕ 10 ਅਪ੍ਰੈਲ ਤੱਕ ਇਹਨੂੰ 2-2 ਹਫ਼ਤਿਆਂ ਦੇ ਵਕਫੇ ਦੇ ਪਾਣੀ ਲਾਉਣਾ, ਤੇ ਉਸ ਤੋਂ ਬਾਅਦ ਇਹਨੂੰ ਹਫ਼ਤੇ ਦੇ ਵਕਫੇ ਦੇ ਜਿਹੜਾ ਅਸੀਂ ਪਾਣੀ ਲਾਉਣਾ ਆ। ਕਿਉਂਕਿ ਜ਼ਿਆਦਾ ਗਰਮੀ ਕਰਕੇ ਕਈ ਵਾਰ ਮਈ ਦੇ ਮਹੀਨੇ ਵਿੱਚ ਜਾ ਕੇ ਪਰਾਗਕਣ ਸੁੱਕਣ ਦੀ ਸਮੱਸਿਆ ਕਈ ਵਾਰ ਆ ਜਾਂਦੀ, ਉਦੋਂ ਖਾਸ ਧਿਆਨ ਰੱਖਣਾ ਕਿ ਇਹਨੂੰ ਪਾਣੀ ਦੀ ਤੋੜ ਨਾ ਆਵੇ। ਦੂਸਰੀ ਗੱਲ ਜਿਹੜੀ ਹੈਗੀ ਇਹਦੇ ਵਿੱਚ ਧਿਆਨ ਦੇਣ ਯੋਗ ਆ ਕਿ ਇਹਦੀ ਕਾਸ਼ਤ ਅਸੀਂ ਵੱਟਾਂ ਤੇ ਕਰੋ ਜਾਂ ਬੈੱਡ ਬਣਾ ਕੇ ਕਰੋ ਤਾਂ ਕਿ ਉਹਦੇ ਵਿੱਚ ਪਾਣੀ ਦੀ ਵਰਤੋਂ ਘਟਾਈ ਜਾ ਸਕੇ। ਜਾਂ ਇੱਕ ਹੋਰ ਬਹੁਤ ਜ਼ਰੂਰੀ ਆ ਕਿ ਇਹਦੇ ਵਿੱਚ ਤੁਪਕਾ ਸਿੰਚਾਈ, ਜਿਹਨੂੰ ਆਪਾਂ ਡ੍ਰਿਪ ਇਰੀਗੇਸ਼ਨ ਕਹਿੰਦੇ ਆ, ਵੱਧ ਤੋਂ ਵੱਧ ਰਕਬਾ ਉਹਦੇ ਥੱਲੇ ਲਿਆਂਦਾ ਜਾ ਸਕੇ, ਕਿਉਂਕਿ ਉਹਦੇ ਵਿੱਚ ਪਾਣੀ ਦੀ ਵੀ ਬਹੁਤ ਜ਼ਿਆਦਾ ਬਚਤ ਆ ਤੇ ਖਾਦਾਂ ਦੀ ਵੀ 20% ਤੱਕ ਬਚਤ ਹੋ ਜਾਂਦੀ ਆ। ਸੋ ਤੁਪਕਾ ਸਿੰਚਾਈ ਹੇਠ ਇਸ ਜਿਹੜੀ ਹੈਗੀ ਫਸਲ ਦੀ ਕਾਸ਼ਤ ਕੀਤੀ ਜਾਵੇ, ਉਹਦੇ ਵਿੱਚ ਸਰਕਾਰ ਵੱਲੋਂ ਕਿਸਾਨ ਭਰਾਵਾਂ ਨੂੰ ਸਬਸਿਡੀ ਵੀ ਦਿੱਤੀ ਜਾਂਦੀ ਆ। ਸੋ ਵੱਧ ਤੋਂ ਵੱਧ ਏਰੀਆ ਜਿਹੜਾ ਹੈਗਾ ਉਹ ਇਸ ਫਸਲ ਹੇਠ ਤੁਪਕਾ ਸਿੰਚਾਈ ਅਧੀਨ ਲਿਆਉਣ ਦੀ ਜ਼ਰੂਰਤ ਆ ਤਾਂ ਕਿ ਪਾਣੀ ਦੀ ਬਚਤ ਵੀ ਹੋ ਸਕੇ ਤੇ ਇਹਦਾ ਝਾੜ ਵੀ ਵੱਧ ਤੋਂ ਵੱਧ ਮਿਲ ਸਕੇ। ਡਾਕਟਰ ਸਾਹਿਬ, ਇੱਥੋਂ ਇੱਕ ਹੋਰ ਜਾਣਕਾਰੀ ਅਸੀਂ ਲੈਣੀ ਚਾਹਾਂਗੇ ਕਿ ਤੁਸੀਂ ਦੱਸਿਆ ਵੀ ਜੇ ਆਪਾਂ ਇਹਦੀ ਸਿੰਚਾਈ ਲਈ ਤੁਪਕਾ ਤਕਨੀਕ ਦੀ ਵਰਤੋਂ ਕਰੀਏ ਤੇ ਉਹਦੇ ਨਾਲ ਪਾਣੀ ਦੀ ਕਾਫੀ ਬਚਤ ਹੁੰਦੀ ਹੈ। ਸਾਡੇ ਕਿਸਾਨ ਸਾਥੀ ਇਹ ਜ਼ਰੂਰ ਜਾਣਨਾ ਚਾਹਣਗੇ ਕਿ ਆਮ ਸਿੰਚਾਈ ਦੇ ਮੁਕਾਬਲੇ ਤੁਪਕਾ ਸਿੰਚਾਈ ਦੇ ਵਿੱਚ ਕਿੰਨੇ ਪ੍ਰਤੀਸ਼ਤ ਤੱਕ ਪਾਣੀ ਬਚਾਇਆ ਜਾ ਸਕਦਾ ਹੈ ਜਾਂ ਖਾਦਾਂ ਦੀ ਵਰਤੋਂ ਘਟਾਈ ਜਾ ਸਕਦੀ ਹੈ। ਸੋ ਜੇ ਤੁਪਕਾ ਸਿੰਚਾਈ ਦੀ ਗੱਲ ਕਰੀਏ ਤੇ ਉੱਥੇ ਜਿਹੜੀ ਇਹਦੀ ਬਿਜਾਈ ਹੁੰਦੀ ਹੈ ਨਾ ਉਹ ਬੈਡਸ ਦੇ ਉੱਤੇ ਹੁੰਦੀ ਆ। ਉਹ ਜਿਹੜੇ ਬੈੱਡ ਤੋਂ ਬੈੱਡ ਦੀ ਦੂਰੀ ਜਿਹੜੀ ਉਹ 48 ਇੰਚ ਦੇ ਲਗਭਗ ਹੁੰਦੀ ਆ। ਤੇ ਜੇ ਅਸੀਂ 36 ਕਰਮ ਚੜਾਈ ਮੰਨੀਏ ਕਿੱਲੇ ਦੀ ਤਾਂ 1 ਕਿੱਲੇ ਵਿੱਚ ਤਕਰੀਬਨ 50 ਬੈੱਡ ਬਣਦੇ ਆ। ਦੂਸਰੇ ਪਾਸੇ ਜਦੋਂ ਅਸੀਂ ਵੱਟਾਂ ਬਣਾ ਕੇ ਇਹਦੀ ਬਿਜਾਈ ਕਰਦੇ ਹਾਂ ਤੇ ਉੱਥੇ ਤਕਰੀਬਨ 90 ਤੋਂ 95 ਵੱਟਾਂ ਬਣਦੀਆਂ ਇੱਕ ਕਿੱਲੇ ਵਿੱਚ। ਸੋ ਜਦੋਂ ਅਸੀਂ ਇਹ ਬ੍ਰੌਡ ਬੈਡਸ ਦੇ ਉੱਤੇ ਇਹਦੀ ਬਿਜਾਈ ਕਰਦੇ ਹਾਂ ਤੁਪਕਾ ਸਿੰਚਾਈ ਨਾਲ ਤੇ ਇਹਦੇ ਵਿੱਚ 50 ਤੋਂ 60% ਪਾਣੀ ਦੀ ਵੀ ਬਚਤ ਹੋ ਜਾਂਦੀ ਆ ਤੇ 20% ਜਿਹੜੀ ਆ ਤੁਹਾਡੀ ਖਾਦਾਂ ਦੀ ਵੀ ਬਚਤ ਹੋ ਜਾਂਦੀ ਆ। ਤੇ ਇਹਦੇ ਵਿੱਚ ਜਿਹੜਾ ਹੈਗਾ ਖਾਦਾਂ ਸਹੀ ਤਰੀਕੇ ਨਾਲ ਵਰਤੋਂ ਹੋਣ ਕਰਕੇ ਇਹਦਾ ਝਾੜ ਵੀ ਵੱਧਦਾ ਹੈ। ਜੀ ਬਿਲਕੁਲ। ਸੋ ਜੇ ਆਪਾਂ ਉન્નਤ ਤਕਨੀਕਾਂ ਦੀ ਵਰਤੋਂ ਕਰੀਏ ਤੇ ਇਹਦੇ ਵਿੱਚ ਖਰਚਾ ਘਟਾ ਕੇ ਵਧੀਆ ਉਤਪਾਦਨ ਲਿਆ ਜਾ ਸਕਦਾ ਹੈ। ਡਾਕਟਰ ਸਾਹਿਬ, ਹੁਣ ਅੱਗੇ ਵਧਦੇ ਹਾਂ ਅਗਲੇ ਸਵਾਲ ਵੱਲ ਕਿ ਇਸ ਫਸਲ ਦੇ ਵਿੱਚ ਕਿਹੜੇ ਨਦੀਨ ਹੋ ਸਕਦੇ ਆ ਤੇ ਉਹਨਾਂ ਤੋਂ ਕਿਵੇਂ ਸਾਡੇ ਕਿਸਾਨ ਸਾਥੀ ਬਚਾ ਕਰ ਸਕਦੇ ਆ ਫਸਲ ਦਾ। ਸੋ ਡਾਕਟਰ ਸਾਹਿਬ, ਇਹਦੇ ਵਿੱਚ ਨਦੀਨਾਂ ਦੀ ਰੋਕਥਾਮ ਵੀ ਬਹੁਤ ਜ਼ਰੂਰੀ ਆ ਕਿਉਂਕਿ ਨਦੀਨ ਝਾੜ ਤਾਂ ਘਟਾਉਂਦੇ ਆ ਫਸਲ ਦਾ, ਤਾਂ ਤੁਹਾਡੇ ਜਿਹੜਾ ਹਰੇ ਚਾਹ ਦਾ ਉਹਦੀ ਗੁਣਵੱਤਾ ਵੀ ਘਟਾਉਂਦੇ ਆ ਜੀ। ਸੋ ਇਹਦੇ ਲਈ ਜ਼ਰੂਰੀ ਆ ਕਿ ਇਹਦੇ ਵਿੱਚ ਜਦੋਂ ਅਸੀਂ ਫਸਲ ਦੀ ਬਿਜਾਈ ਕਰਤੀ ਉਹ ਤੋਂ 10 ਦਿਨ ਦੇ ਵਿੱਚ 800 ਗ੍ਰਾਮ ਐਟਰਾਜ਼ਿਨ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ 200 ਲੀਟਰ ਪਾਣੀ ਦੀ ਵਰਤੋਂ ਕਰਕੇ ਉਹਦੀ ਸਪਰੇਅ ਕਰਨੀ ਜੀ। ਤੇ ਧਿਆਨ ਇਹ ਰੱਖਣਾ ਕਿ ਜਦੋਂ ਅਸੀਂ ਸਪਰੇਅ ਕਰਨੀ ਆ ਜਿਹੜੀ ਨੂਜ਼ਲ ਆ ਕਦੇ ਵੀ ਗੋਲ ਨੂਜ਼ਲ ਨਾ ਵਰਤੋ ਨਦੀਨਨਾਸ਼ਕਾਂ ਦੇ ਸਪਰੇਅ ਲਈ। ਕੱਟ ਵਾਲੀ ਜਾਂ ਟੱਕ ਵਾਲੀ ਨੂਜ਼ਲ ਜਿਹੜਾ ਸਿੱਧਾ ਫੁਆਰਾ ਮਾਰਦੀ ਆ ਉਹਦੇ ਨਾਲ ਇਹਦੀ ਸਪਰੇਅ ਕਰਨੀ ਆ। 200 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਲਾਉਣਾ। ਸੋ ਇਸ ਦਵਾਈ ਨਾਲ ਤੁਸੀਂ ਨਦੀਨਾਂ ਦੀ ਜਿਹੜੀ ਸੁਚੱਜੀ ਰੋਕਥਾਮ ਇਹਦੇ ਵਿੱਚ ਕਰ ਸਕਦੇ ਜੀ। ਡਾਕਟਰ ਸਾਹਿਬ, ਇੱਕ ਹੋਰ ਸਮੱਸਿਆ ਜਿਹੜੀ ਪਿਛਲੇ ਕੁਝ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਦੇਖਣ ਨੂੰ ਆਈ ਹੈ ਉਹ ਹੈ ਮੱਕੀ ਦੇ ਵਿੱਚ
ਫਾਲ ਆਰਮੀ ਵਾਰਮ ਦੀ ਸਮੱਸਿਆ। ਇਸ ਤੋਂ ਪਹਿਲਾਂ ਵੀ ਸੁੰਡੀਆਂ ਦੀ ਸਮੱਸਿਆ ਹੁੰਦੀ ਰਹੀ ਹੈ, ਪਰ ਫਾਲ ਆਰਮੀ ਵਾਰਮ ਕਰਕੇ ਕਾਫੀ ਨੁਕਸਾਨ ਫਸਲ ਨੂੰ ਝੱਲਣਾ ਪੈਂਦਾ ਹੈ। ਤਾਂ ਇਹਦੀ ਰੋਕਥਾਮ ਲਈ ਤੁਹਾਡੀ ਕੀ ਸਿਫਾਰਿਸ਼ ਹੈ ਜਾਂ ਯੂਨੀਵਰਸਿਟੀ ਵੱਲੋਂ ਕੀ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ? ਸੋ ਡਾਕਟਰ ਸਾਹਿਬ, ਇਹ ਜਿਹੜਾ ਕੀੜਾ ਹੈਗਾ, ਇਹਦਾ ਪਿਛਲੇ 3-4 ਸਾਲ ਤੋਂ ਬਹੁਤ ਜ਼ਿਆਦਾ ਇਹਦਾ ਹਮਲਾ ਜਿਹੜਾ ਹੈਗਾ ਬਹਾਰੁਦ ਦੀ ਮੱਕੀ 'ਚ ਹੋ ਰਿਹਾ ਆ। ਨੁਕਸਾਨ ਵੀ ਇਹ ਬਹੁਤ ਕਰਦਾ ਆ। ਸੋ ਇਹਦੀ ਰੋਕਥਾਮ ਲਈ ਜਿਹੜੀ ਹੈਗੀ ਸਿਫਾਰਿਸ਼ ਦਵਾਈ, ਜਿਹੜੀ ਚਾਰੇ ਵਾਲੀ ਮੱਕੀ ਵਿੱਚ ਖਾਸ ਕਰ ਸਿਫਾਰਿਸ਼ ਦਵਾਈ ਕੀਤੀ ਗਈ ਆ, ਉਹ ਹੈਗੀ ਕੋਰਾਜ਼ਿਨ ਦਵਾਈ। ਉਹ 0.4 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਲੱਗਣੀ ਆ, ਕਿਉਂਕਿ ਜੇ ਤੁਹਾਡੀ 20 ਦਿਨਾਂ ਦੀ ਫਸਲ ਆ, ਉੱਤੇ ਇਹ ਸੁੰਡੀ ਦਾ ਹਮਲਾ ਹੁੰਦਾ ਆ, ਤੇ ਉੱਥੇ ਤੁਹਾਨੂੰ 120 ਲੀਟਰ ਪਾਣੀ ਜਿਹੜਾ ਹੈਗਾ ਉਹ ਏਕੜ ਦਾ ਲੱਗੂਗਾ। 48 ml ਦਵਾਈ ਕਿੱਲੇ ਦੀ ਲੱਗੂਗੀ। ਜੇ 20 ਦਿਨ ਤੋਂ ਉੱਪਰ ਦੀ ਹੋ ਗਈ, 20 ਤੋਂ 40 ਦਿਨ ਦੀ ਤੁਹਾਡੀ ਫਸਲ ਆ, ਤੇ ਤਕਰੀਬਨ 200 ਲੀਟਰ ਪਾਣੀ ਏਕੜ ਦਾ ਲੱਗਣਾ ਆ। ਉੱਥੇ ਤੁਹਾਡੀ 80 ml ਦਵਾਈ ਜਿਹੜੀ ਆ ਪ੍ਰਤੀ ਏਕੜ ਜਿਹੜੀ ਤੁਹਾਡੀ ਉਹ ਪਊਗੀ। ਦੂਸਰੀ ਗੱਲ ਹੈ ਕਿ ਦਵਾਈ ਪਾਉਣ ਦਾ ਇੱਕ ਖਾਸ ਢੰਗ ਆ, ਕਿਉਂਕਿ ਜਦੋਂ ਦਾ ਇਹ ਸੁੰਡੀ ਛੋਟੀ ਹੁੰਦੀ ਆ, ਉਦੋਂ ਤਾਂ ਤੁਸੀਂ ਦੇਖੋਗੇ ਕਿ ਉਹਦੇ ਨਾਲ ਪੱਤੇ ਖੁਰਚਦੀ ਆ, ਉਹ ਛੋਟੇ। ਉਸ ਤੋਂ ਬਾਅਦ ਜਦੋਂ ਇਹ ਸੁੰਡੀ ਵੱਡੀ ਹੋ ਜਾਂਦੀ ਆ, ਤਾਂ ਉਹਦੇ ਗੋਭ ਵਿੱਚ ਵੜ ਕੇ ਗੋਭ ਨੂੰ ਕੁਤਰਨਾ ਸ਼ੁਰੂ ਕਰ ਦਿੰਦੀ ਆ। ਗੋਭ ਵਿੱਚ ਤੁਹਾਨੂੰ ਬਿੱਠਾਂ ਦਿਸਣਗੀਆਂ ਇਸ ਸੁੰਡੀ ਦੀਆਂ। ਸੋ ਉੱਥੇ ਤੁਹਾਨੂੰ ਸਪਰੇਅ ਜਿਹੜੀ ਹੈਗੀ ਆ ਉਹ ਗੋਹ ਵੱਲ ਕਰਕੇ ਕਰਨੀ ਪਊਗੀ, ਤਾਂ ਕਿ ਉਹਦੇ ਵਿੱਚ ਜਿਹੜੀ ਹੈਗੀ ਆ ਦਵਾਈ ਜਾ ਸਕੇ ਤੇ ਉਹਦੀ ਰੋਕਥਾਮ ਕੀਤੀ ਜਾ ਸਕੇ। ਤੇ ਦੂਸਰਾ, ਜੇ ਤੁਹਾਡੀ ਫਸਲ ਵੱਡੀ ਹੋ ਗਈ ਆ, ਉੱਥੇ ਤੁਸੀਂ ਸਪਰੇਅ ਨਹੀਂ ਕਰ ਸਕਦੇ, ਉੱਥੇ ਤੁਸੀਂ ਇੱਕ ਮਿਸ਼ਰਣ ਤਿਆਰ ਕਰ ਸਕਦੇ ਹੋ ਇਸ ਦਵਾਈ ਦਾ। 5 ml ਦਵਾਈ ਨੂੰ 10 ml ਪਾਣੀ ਵਿੱਚ ਰਲਾ ਕੇ ਤੁਸੀਂ 1 ਕਿਲੋ ਮਿੱਟੀ ਵਿੱਚ ਚੰਗੀ ਤਰ੍ਹਾਂ ਰਲਾ ਲੈਣਾ ਉਹਨਾਂ ਨੂੰ। ਤੇ ਜਿਹੜਾ ਬੂਟਾ ਤੁਹਾਨੂੰ ਦਿਸਦਾ ਕਿ ਇਸ ਸੁੰਡੀ ਦੇ ਹਮਲੇ ਨਾਲ ਹਮਲਾ ਹੋਇਆ ਆ, ਤੁਹਾਨੂੰ ਬਿੱਠਾਂ ਦਿਸਦੀਆਂ ਜਾਂ ਉਹ ਟੁੱਕੇ ਦਿਸਦੇ ਆ ਪੱਤੇ ਉਹਦੇ, ਉੱਥੇ ਅੱਧਾ ਗ੍ਰਾਮ ਮਿਸ਼ਰਣ ਉਸ ਬੂਟੇ ਦੀ ਗੋਭ ਵਿੱਚ ਪਾ ਕੇ ਇਸ ਦੀ ਰੋਕਥਾਮ ਜਿਹੜੀ ਉਹ ਕੀਤੀ ਜਾ ਸਕਦੀ। ਜੀ ਡਾਕਟਰ ਸਾਹਿਬ, ਹੁਣ ਅਖੀਰ ਦੇ ਵਿੱਚ ਅਸੀਂ ਇਹ ਜਾਣਨਾ ਚਾਹਾਂਗੇ ਕਿ ਇਸ ਫਸਲ ਦੀ ਕਟਾਈ ਦਾ ਸਹੀ ਸਮਾਂ ਕੀ ਹੈ? ਸੋ ਇਹ ਬਹੁਤ ਵਧੀਆ ਸਵਾਲ ਹੈ ਡਾਕਟਰ ਸਾਹਿਬ ਤੁਹਾਡਾ, ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਹਰੇ ਚਾਰੇ ਦਾ ਅਚਾਰ ਬਣਾਉਣਾ ਤੇ ਸਹੀ ਸਮੇਂ ਤੇ ਉਹਦੀ ਕਟਾਈ ਹੋ ਜਾਏ, ਕਿਉਂਕਿ ਜੇ ਅਸੀਂ ਪਹਿਲਾਂ ਉਹਦੀ ਕਟਾਈ ਕਰ ਦਾਂਗੇ ਸਮੇਂ ਤੋਂ ਤੇ ਉਹਦੇ ਵਿੱਚ ਖੁਰਾਕੀ ਤੱਤ ਘੱਟ ਹੋਣਗੇ। ਜੇ ਅਸੀਂ ਪਕਾ ਕੇ ਜ਼ਿਆਦਾ ਉਹਦੀ ਕਟਾਈ ਕੀਤੀ ਤੇ ਉਹਦੇ ਵਿੱਚ ਰੇਸ਼ੇ ਦੀ ਮਾਤਰਾ ਜਿਹੜੀ ਆ ਵੱਧ ਜਾਂਦੀ ਆ, ਉਹ ਵੀ ਪਸ਼ੂਆਂ ਨੂੰ ਜਿਹੜਾ ਹੈਗਾ ਹਜਮ ਹੋਣ ਤੇ ਜ਼ਿਆਦਾ ਊਰਜਾ ਲੱਗਦੀ ਆ। ਸੋ ਇਹਦੀ ਕਟਾਈ ਦਾ ਸਹੀ ਸਮਾਂ ਹੈਗਾ ਕਿ ਜਦੋਂ ਤੁਸੀਂ ਛੱਲੀ ਨੂੰ ਤੋੜ ਕੇ ਦੇਖੋਗੇ, ਜਿਹੜਾ ਦਾਣਾ ਉਹਦਾ ਆ ਉੱਪਰੋਂ ਪੀਲਾ ਹੋਣਾ ਸ਼ੁਰੂ ਹੋ ਜਾਂਦਾ। ਜਦੋਂ 1/3 ਤੋਂ ਅੱਧਾ ਦਾਣਾ ਜਿਹੜਾ ਹੈਗਾ ਉਹ ਤੁਹਾਡਾ ਪੀਲਾ ਹੋ ਗਿਆ ਉੱਪਰੋਂ, ਉਹ ਸਭ ਤੋਂ ਸਹੀ ਸਮਾਂ ਆ ਇਹਦੀ ਕਟਾਈ ਦਾ। ਉਦੋਂ ਸਾਰੀ ਜਿਹੜੀ ਹੈਗੀ ਫਸਲ ਦੀ ਕਟਾਈ ਕਰਕੇ ਉਹਦਾ ਅਚਾਰ ਬਣਾ ਲੈਣਾ ਚਾਹੀਦਾ। ਜੇ ਤੁਸੀਂ ਫਰਵਰੀ ਵਿੱਚ ਇਹਦੀ ਬਿਜਾਈ ਕਰ ਦਿੰਦੇ ਹੋ ਇਹਨਾਂ ਕਿਸਮਾਂ ਦੀ 15 ਫਰਵਰੀ ਦੇ ਲਾਗੇ ਛਾਗੇ, ਤੇ ਤਕਰੀਬਨ ਇਹ 90 ਤੋਂ 95 ਦਿਨ ਤੱਕ ਉਸ ਸਟੇਜ ਤੇ ਪਹੁੰਚ ਜਾਂਦੀ ਆ। ਪਰ ਜਿਵੇਂ ਜਿਵੇਂ ਤੁਸੀਂ ਬਿਜਾਈ ਲੇਟ ਕਰੀ ਜਾਂਦੇ ਹੋ, ਇਹਦਾ ਸਮਾਂ ਜਿਹੜਾ ਹੈਗਾ ਥੋੜਾ ਘਟੀ ਜਾਂਦਾ, ਛੇਤੀ ਉਸ ਸਟੇਜ ਤੇ ਆ ਜਾਂਦੀ ਆ, ਕਿਉਂਕਿ ਉਦੋਂ ਤਾਪਮਾਨ ਵੱਧ ਜਾਂਦਾ। ਪਰ ਨਾਲ ਹੀ ਨਾਲ ਜਦੋਂ ਤੁਸੀਂ ਬਿਜਾਈ ਲੇਟ ਕਰਦੇ ਹੋ, ਇਹਦੀ ਗੁਣਵੱਤਾ ਵੀ ਘਟੀ ਜਾਂਦੀ ਹੈ। ਸੋ ਇਹ ਬਹੁਤ ਜ਼ਰੂਰੀ ਧਿਆਨ ਦੇਣ ਯੋਗ ਗੱਲ ਆ। ਦੂਸਰਾ, ਇੱਕ ਜਦੋਂ ਅਸੀਂ ਜ਼ਿਆਦਾ ਲੇਟ ਕਰ ਦਿੰਦੇ ਆ ਇਹਦੀ ਬਿਜਾਈ ਅਪ੍ਰੈਲ ਤੋਂ ਬਾਅਦ, ਤੇ ਇਹਦੀ ਕਟਾਈ ਦੇ ਸਮੇਂ ਕਈ ਵਾਰ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ, ਉਦੋਂ ਫਿਰ ਖੇਤ ਵਿੱਚੋਂ ਇਹਦੀ ਕਟਾਈ ਵੀ ਔਖੀ ਹੋ ਜਾਂਦੀ ਆ, ਤੇ ਜਿਹੜਾ ਪੱਠਾ ਜਿਹੜੀ ਚਾਰੇ ਦੀ ਅਸੀਂ ਅਚਾਰ ਪਾਉਣਾ ਉਹਦੀ ਵੀ ਗੁਣਵੱਤਾ ਘਟ ਜਾਂਦੀ ਆ। ਉਹਦੇ ਵਿੱਚ ਕਈ ਵਾਰ ਜਿਹੜਾ ਹੈਗਾ ਪਾਣੀ ਦੀ ਮਾਤਰਾ ਵੱਧ ਜਾਂਦੀ ਆ, ਤੇ ਉਹ ਸਾਈਲੇਜ ਸਾਡਾ ਸਹੀ ਨਹੀਂ ਬਣਦਾ। ਜੀ, ਸੋ ਕਿਸਾਨ ਸਾਥੀਓ, ਡਾਕਟਰ ਸਾਹਿਬ ਨੇ ਅੱਜ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਬਾਰੇ ਬੜੀਆਂ ਮਹੱਤਵਪੂਰਨ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਡਾਕਟਰ ਸਾਹਿਬ, ਸਾਡੇ ਪ੍ਰੋਗਰਾਮ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਇਸੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਈਲੇਜ ਨੇ ਡੇਅਰੀ ਦੇ ਕਿੱਤੇ ਵਿੱਚ ਪਿਛਲੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਬਹੁਤ ਵੱਡੀ ਕ੍ਰਾਂਤੀ ਲੈ ਆਂਦੀ ਹੈ। ਛੋਟੇ ਤੋਂ ਛੋਟਾ ਫਾਰਮਰ ਵੀ ਹੁਣ ਸਾਈਲੇਜ ਦੇ ਫਾਇਦੇ ਦੇਖ ਕੇ ਇਸ ਨੂੰ ਪਾਉਣਾ ਸ਼ੁਰੂ ਕਰ ਚੁੱਕਾ ਹੈਗਾ। ਲੇਕਿਨ ਜਿਹੜਾ ਸਾਈਲੇਜ ਦੇ ਬਿਜ਼ਨਸ ਦੇ ਵਿੱਚ ਇੱਕ ਆਮ ਪਸ਼ੂ ਪਾਲਕ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਵੀ ਜਿਹੜਾ ਸਾਈਲੇਜ ਹੈ ਇਹਦਾ ਮਿਆਰ ਚੰਗਾ ਹੈ ਕਿ ਨਹੀਂ ਹੈ। ਅੱਜ ਆਪਾਂ ਇਸੇ ਵਿਸ਼ੇ ਤੇ ਗੱਲ ਕਰਾਂਗੇ। ਸੋ ਗੱਲਬਾਤ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਡਾਕਟਰ ਜਸਪਾਲ ਸਿੰਘ ਹੁੰਦਲ ਜੀ, ਜਿਹੜੇ ਕਿ ਯੂਨੀਵਰਸਿਟੀ ਦੇ ਪਸ਼ੂ ਆਹਾਰ ਵਿਭਾਗ ਵਿੱਚ ਬਤੌਰ ਪ੍ਰੋਫੈਸਰ ਸੇਵਾਵਾਂ ਨਿਭਾ ਰਹੇ ਨੇ। ਸੋ ਡਾਕਟਰ ਸਾਹਿਬ, ਤੁਹਾਡਾ ਇਸ ਪ੍ਰੋਗਰਾਮ 'ਚ ਸਵਾਗਤ ਹੈ। ਸੋ ਡਾਕਟਰ ਸਾਹਿਬ, ਸਾਡੇ ਪਸ਼ੂ ਪਾਲਕ ਵੀਰਾਂ ਨੂੰ ਇਹ ਦੱਸੋ ਵੀ ਜੇ ਸਾਈਲੇਜ ਉਹਨਾਂ ਨੇ ਆਪਣੇ ਲੈਵਲ ਤੇ ਚੈੱਕ ਕਰਨਾ ਹੋਵੇ ਜਾਂ ਉਹਦਾ ਮਿਆਰ ਦਾ ਪਤਾ ਲਗਾਉਣਾ ਹੋਵੇ ਤਾਂ ਸਾਈਲੇਜ ਦੇ ਵਿੱਚ ਕੀ ਕੁਝ ਦੇਖਿਆ ਜਾ ਸਕਦਾ ਹੈ? ਬਿਲਕੁਲ ਸਹੀ ਗੱਲ ਆ, ਕਿਉਂਕਿ ਜਿੰਨਾ ਮਹੱਤਵਪੂਰਨ ਸਾਈਲੇਜ ਆ, ਉਦੋਂ ਕਿਤੇ ਮਹੱਤਵਪੂਰਨ ਜਿਹੜਾ ਹੈ ਉਸ ਦਾ ਮਿਆਰ ਹੈ, ਉਸ ਦੀ ਕੁਆਲਿਟੀ ਆ।
ਬਹੁਤੇ ਸਾਡੇ ਕਿਸਾਨ ਵੀਰ ਜਿਹੜੇ ਆ ਇਸ ਗੱਲ ਦੇ ਪ੍ਰਤੀ ਜਾਗਰੂਕ ਨਹੀਂ ਹੈਗੇ ਕਿ ਉਹਨਾਂ ਨੇ ਕਿਸ ਤਰ੍ਹਾਂ ਦੀ ਸਾਈਲੇਜ ਦੀ ਕੁਆਲਿਟੀ ਹੋਣੀ ਚਾਹੀਦੀ ਆ। ਬੇਸ਼ੱਕ ਸਾਡੇ ਕਿਸਾਨ ਵੀਰ ਜਿਹੜੇ ਆ ਚਾਹੇ ਤਾਂ ਉਹ ਬੰਕਰ ਦੇ ਵਿੱਚੋਂ ਸਾਈਲੇਜ ਪਾਉਣ ਜਾਂ ਉਹ ਕਿਤੋਂ ਕਮਰਸ਼ੀਅਲ ਪੱਧਰ ਤੇ ਵਪਾਰਕ ਪੱਧਰ ਤੇ ਤਿਆਰ ਕੀਤੀ ਹੋਈ ਜਿਹੜੀ ਬੇਲ ਆ ਉਹਨੂੰ ਖਰੀਦਣ। ਸੋ ਸਭ ਤੋਂ ਪਹਿਲਾਂ ਜਦੋਂ ਅਸੀਂ ਬੇਲ ਖੋਲਦੇ ਆ ਜਾਂ ਅਸੀਂ ਜਿਹੜੀ ਸਾਈਲੇਜ ਦੀ ਪਿੱਟ ਖੋਲਦੇ ਆ, ਸਭ ਤੋਂ ਪਹਿਲਾਂ ਅਸੀਂ ਉਹਦੀ ਬਾਹਰੀ ਤੌਰ ਤੇ ਦੇਖਣਾ ਕਿ ਕਿਤੇ ਉਹਦੇ ਤੇ ਜਿਹੜੇ ਹੈਗੇ ਆ ਉਹਦੀ ਦਿੱਖ ਜਿਹੜੀ ਆ, ਦਿੱਖ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਦੇਖਣਾ ਕਿਤੇ ਇੱਦਾਂ ਤਾਂ ਨਹੀਂ ਕਿ ਫੰਗਸ ਲੱਗੀ ਹੋਵੇ ਜਾਂ ਕਿਤੇ ਮੋਲਡ ਜਾਂ ਉੱਲੀ ਵਗੈਰਾ ਫਫੂੰਦੀ ਲੱਗੀ ਹੋਵੇ, ਕਿਉਂਕਿ ਉਹ ਨੇ ਅਜਿਹੇ ਟੌਕਸਨ ਬਣਾਏ ਹੁੰਦੇ ਜਿਹਦੇ ਕਰਕੇ ਕਿ ਬਹੁਤ ਜ਼ਿਆਦਾ ਪਸ਼ੂ ਦਾ ਨੁਕਸਾਨ ਹੋ ਸਕਦਾ। ਦੂਜੇ ਨੰਬਰ ਤੇ ਦੋ ਗੱਲਾਂ ਕਿਸਾਨ ਸਾਡੇ ਹੋਰ ਦੇਖ ਸਕਦੇ ਆ, ਜਿਨ੍ਹਾਂ 'ਚ ਇੱਕ ਨੰਬਰ ਹੈਗਾ ਉਹਦਾ ਰੰਗ, ਦੂਜੇ ਨੰਬਰ ਤੇ ਜਿਹੜਾ ਸਾਈਲੇਜ ਆ ਉਹਦੀ ਮਹਿਕ ਆ। ਜੇ ਆਪਾਂ ਰੰਗ ਦੀ ਗੱਲ ਕਰਦੇ ਆ, ਆਪਾਂ ਸਾਰੇ ਕਿਸਾਨ ਵੀਰ ਸਾਡੇ ਬੜੀ ਭਲੀ ਭਾਂਤੀ ਜਾਣੂ ਹੈਗੇ ਆ ਕਿ ਜਦੋਂ ਆਪਾਂ ਸਾਈਲੇਜ ਨੂੰ ਦੇਖਦੇ ਆ ਤਾਂ ਉਹਦਾ ਸੁਨਹਿਰੀ ਤੇ ਹਰਾ ਰੰਗ ਜਿਹਾ ਹੋਵੇ ਤਾਂ ਉਹ ਜਿਹੜਾ ਹੈਗਾ ਉਹ ਆਪਾਂ ਕਹਿ ਸਕਦੇ ਕਿ ਬਹੁਤ ਵਧੀਆ ਮਿਆਰ ਦੀ ਸਾਈਲੇਜ ਹੈਗੀ ਆ। ਬਾਈ ਚਾਂਸ ਜੇਕਰ ਰੰਗ ਜ਼ਰੂਰਤ ਤੋਂ ਵੱਧ ਹਰਾ ਹੋਵੇ, ਇਹਦਾ ਮਤਲਬ ਕਿ ਸਾਈਲੇਜ ਦੇ ਵਿੱਚ ਕਿਤੇ ਨਾ ਕਿਤੇ ਹੋਰ ਪੱਠਾ ਜਿੱਦਾਂ ਕਿ ਬਰਸੀਮ ਵਗੈਰਾ ਜਾਂ ਕੁਝ ਹੋਰ ਮਿਲਾ ਚੁੱਕੇ ਆ, ਇਸ ਕਰਕੇ ਰੰਗ ਜ਼ਿਆਦਾ ਵਧੇਰੇ ਹਰਾ ਹੋ ਗਿਆ। ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਦੋਂ ਆਪਾਂ ਸਾਈਲੇਜ ਨੂੰ ਖੋਲਦੇ ਆ, ਸਾਈਲੇਜ ਦਾ ਰੰਗ ਜਿਹੜਾ ਭੂਰਾ ਜਾਂ ਜ਼ਿਆਦਾ ਭੂਰਾ ਜਾਂ ਕਹਿ ਲਓ ਕਿ ਥੋੜਾ ਸੜਿਆ ਜਿਹਾ ਮਹਿਸੂਸ ਹੁੰਦਾ ਜਾਂ ਦਿਖਦਾ ਹੈਗਾ। ਸੋ ਜੇਕਰ ਅਜਿਹਾ ਰੰਗ ਹੋਵੇ, ਇਹਦਾ ਮਤਲਬ ਆ ਕਿ ਜਾਂ ਤਾਂ ਸਾਈਲੇਜ ਜਦੋਂ ਬਣਾਈ ਗਈ ਆ ਉਹਦਾ ਜਿਹੜਾ ਉਹਦੇ 'ਚ ਸੁੱਕਾ ਮਾਦਾ ਸੀ ਉਹਦੀ ਮਾਤਰਾ ਬਹੁਤ ਜ਼ਿਆਦਾ ਸੀ, ਜਾਂ ਬਹੁਤ ਘੱਟ ਸੁੱਕਾ ਮਾਦਾ ਸੀ, ਜਾਂ ਫਿਰ ਉਹਨੂੰ ਜਿਹੜੀ ਹਵਾ ਲੱਗ ਗਈ ਆ, ਹਵਾ ਲੱਗਣ ਦੇ ਕਰਕੇ ਜਿਹੜਾ ਆਕਸੀਜਨ ਦੇ ਵਿੱਚ ਆਉਣ ਕਰਕੇ ਸੜਿਆਂਦ ਵਾਲੀ ਸਾਈਲੇਜ ਬਣ ਗਈ ਆ। ਸੋ ਅਜਿਹੀ ਸਾਈਲੇਜ ਕਿਸਾਨ ਵੀਰਾਂ ਨੂੰ, ਪਸ਼ੂ ਨੂੰ ਕਦੇ ਵੀ ਨਹੀਂ ਦੇਣੀ ਚਾਹੀਦੀ। ਸੋ ਹੋਰ ਜਿਹੜਾ ਇੱਕ ਬੜਾ ਮਹੱਤਵਪੂਰਨ ਗੱਲ ਹੈਗੀ ਮਹਿਕ ਦੀ। ਸੋ ਕਿਸਾਨ ਵੀਰ ਜਦੋਂ ਵੀ ਸਾਈਲੇਜ ਖੋਲਣ, ਇੱਕ ਮਹਿਕ ਉਹਦਾ ਲੈ ਕੇ ਜ਼ਰੂਰ ਦੇਖਣ, ਕਿਉਂਕਿ ਮਹਿਕ ਤੋਂ ਸਾਨੂੰ ਪਤਾ ਲੱਗਦਾ ਕਿ ਉਹਦੇ 'ਚ ਕਿੱਦਾਂ ਦੀ ਫਰਮੈਂਟੇਸ਼ਨ ਹੋਈ ਹੋਊਗੀ, ਖਮੀਰੀਕਰਨ ਕਿੱਦਾਂ ਦਾ ਰਿਹਾ ਹੋਏਗਾ। ਸੋ ਜੇਕਰ ਜਿਹੜਾ ਮਹਿਕ ਹੈਗੀ ਆ ਉਹ ਉਹਦੇ ਵਿੱਚੋਂ ਜਿਹੜੀ ਮਿੱਠੀ ਮਿੱਠੀ ਜਿਹੀ ਲੈਕਟਿਕ ਐਸਿਡ ਦੇ ਵਰਗੀ, ਦਹੀਂ ਵਰਗੀ ਮਹਿਕ ਆਉਂਦੀ ਆ, ਇਹਦਾ ਮਤਲਬ ਕਿ ਸਾਈਲੇਜ ਬਿਲਕੁਲ ਸਹੀ ਬਣੀ ਹੈਗੀ ਆ, ਜਿੱਦਾਂ ਦਾ ਕਿਸਾਨ ਨੇ ਚਾਹਿਆ ਸੀ ਉਦਾਂ ਦੀ ਸਾਈਲੇਜ ਬਣ ਗਈ ਆ ਔਰ ਸਾਡੇ ਪਸ਼ੂ ਲਈ ਬੜੀ ਫਾਇਦੇਮੰਦ ਸਾਬਤ ਹੋਏਗੀ। ਕਈ ਵਾਰ ਇਦਾਂ ਹੁੰਦਾ ਕਿ ਥੋੜਾ ਸਿਰਕੇ ਵਰਗਾ ਮਹਿਕ ਆਉਂਦਾ, ਜਿਹਦਾ ਥੋੜਾ ਜਿਹਾ ਆਉਂਦਾ ਹੋਵੇ ਸਿਰਕੇ ਵਰਗਾ ਮਹਿਕ ਤਾਂ ਆਪਾਂ ਮੰਨ ਸਕਦੇ ਕਿ ਚਲੋ ਸਾਈਲੇਜ ਦੀ ਕੁਆਲਿਟੀ ਫਿਰ ਵੀ ਠੀਕ ਹੈ, ਲੇਕਿਨ ਜੇ ਵਧੇਰੇ ਇਦਾਂ ਦਾ ਮਹਿਕ ਆਉਂਦਾ ਹੋਵੇ, ਕਈ ਵਾਰੀ ਅਲਕੋਹਲ ਵਰਗਾ ਮਹਿਕ ਆਉਂਦਾ ਹੁੰਦਾ, ਕਈ ਵਾਰੀ ਜਿਹੜਾ ਹੈਗਾ ਕਿਸੇ ਸੜੀ ਹੋਈ ਚੀਜ਼ ਦਾ ਮਹਿਕ ਆਉਂਦਾ ਹੈਗਾ। ਸੋ ਇਹਨਾਂ ਸਾਰਿਆਂ ਹਾਲਾਤਾਂ ਦੇ ਵਿੱਚ ਕਿਸੇ ਵੀ ਕੀਮਤ ਤੇ ਇਹ ਸਾਈਲੇਜ ਜਿਹੜੀ ਆ ਆਪਣੇ ਪਸ਼ੂ ਨੂੰ ਨਹੀਂ ਚਾਰਨੀ, ਕਿਉਂਕਿ ਇਹ 'ਚ ਅਜਿਹੇ ਤੱਤ ਹੋਣਗੇ, ਅਜਿਹੇ ਇਹ 'ਚ ਟੌਕਸਨ ਹੋਣਗੇ, ਅਜਿਹੇ ਜਿਹੜੇ ਜ਼ਹਿਰਾਂ ਹੋਣਗੀਆਂ ਜਿਹੜੀਆਂ ਸਾਡੇ ਪਸ਼ੂ ਨੂੰ ਨੁਕਸਾਨ ਪਹੁੰਚਾ ਸਕਦੀਆਂ। ਸੋ ਇਹ ਬਹੁਤ ਮਹੱਤਵਪੂਰਨ ਆ। ਸੋ ਤੀਜੀ ਗੱਲ ਹੈਗੀ ਆ, ਕਈ ਵਾਰੀ ਜੋ ਸਾਡੇ ਅਗਾਂਹ ਵਧੂ ਪ੍ਰੋਗਰੈਸਿਵ ਫਾਰਮਰ ਹੈਗੇ ਆ ਜਿਹਨਾਂ ਨੂੰ ਆਪਾਂ ਕਹਿੰਦੇ ਆ, ਫਿਰ ਉਹਨਾਂ ਨੇ ਜਿਹੜੀ ਆਪਣੇ ਪਸ਼ੂ ਲਈ ਰਾਸ਼ਨ ਨੂੰ ਸਹੀ ਪੱਧਰ ਤੇ ਬਣਾਉਣਾ ਹੁੰਦਾ, ਢੁਕਵੀਂ ਪ੍ਰੋਟੀਨ ਕਿੰਨੀ ਆ, ਢੁਕਵੇਂ 'ਚ ਬਾਕੀ ਤੱਤ ਕਿੰਨੇ ਆ। ਸੋ ਉੱਥੇ ਸਾਨੂੰ ਜਿਹੜਾ ਲੈਬੋਰਟਰੀ ਦੇ ਵਿੱਚ ਪਰਖ ਕਰਾਉਣੀ ਜਾਂ ਟੈਸਟ ਕਰਾਉਣਾ ਬੜਾ ਮਹੱਤਵਪੂਰਨ ਹੋ ਜਾਂਦਾ। ਸੋ ਉਸ ਹਾਲਾਤਾਂ ਦੇ ਵਿੱਚ ਅਸੀਂ ਇਹ ਦੇਖਣਾ ਕਿ ਜਿਹੜੀ ਸਾਡੀ ਸਾਈਲੇਜ ਆ, ਸਾਈਲੇਜ ਦੇ ਵਿੱਚ ਜਿਹੜਾ ਸੁੱਕਾ ਮਾਦਾ ਆ ਉਹ 30 ਤੋਂ 35% ਦੇ ਵਿੱਚ ਹੋਵੇ ਤਾਂ ਬਹੁਤ ਵਧੀਆ ਗੱਲ ਹੈਗੀ ਆ। ਦੂਜੇ ਨੰਬਰ ਤੇ ਅਸੀਂ ਜਿਹੜਾ ਇਹਦੀ ਪੀਐਚ ਦੇਖਣੀ ਆ ਕਿ ਤੇਜ਼ਾਬੀਪਨ ਕਿੰਨਾ ਕੁ ਹੈਗਾ, ਜਿਹੜਾ ਕਿ 3 ਪੁਆਇੰਟ ਜਾਂ 3.8 ਤੋਂ ਲੈ ਕੇ 4.2 ਤੱਕ ਹੋਵੇ ਤਾਂ ਸਭ ਤੋਂ ਵਧੀਆ ਮੰਨਿਆ ਜਾਂਦਾ। ਤੀਜਾ ਜਿਹੜਾ ਸਭ ਤੋਂ ਵਧੀਆ ਉਹਦੇ 'ਚ ਤੇਜ਼ਾਬ ਹੁੰਦਾ, ਐਸਿਡ ਹੁੰਦਾ, ਉਹ ਹੁੰਦਾ ਲੈਕਟਿਕ ਐਸਿਡ। ਸੋ ਲੈਕਟਿਕ ਐਸਿਡ ਜਿਹੜਾ ਹੈਗਾ ਉਹ ਸੁੱਕੇ ਮਾਦੇ ਦੇ ਪੱਧਰ ਤੇ 4% ਤੋਂ ਵਧੇਰੇ ਹੋਣਾ ਚਾਹੀਦਾ ਤਾਂ ਆਪਾਂ ਸਾਈਲੇਜ ਨੂੰ ਬਹੁਤ ਵਧੀਆ ਤੇ ਮਿਆਰ ਦੀ ਮੰਨਦੇ ਹੈਗੇ ਆ। ਸੋ ਚੌਥੇ ਨੰਬਰ ਦੇ ਉੱਤੇ ਜਿਹੜਾ ਹੈਗਾ ਐਸਟਿਕ ਐਸਿਡ। ਸੋ ਐਸਟਿਕ ਐਸਿਡ 1 ਤੋਂ ਲੈ ਕੇ 3% ਦੇ ਵਿੱਚ ਹੋਣਾ ਚਾਹੀਦਾ, 3 ਤੋਂ ਵਧਣਾ ਨਹੀਂ ਚਾਹੀਦਾ। ਜੇਕਰ ਇਹ 4 ਜਾਂ 5% ਤੱਕ ਪਹੁੰਚ ਜਾਏ ਤਾਂ ਪਸ਼ੂ ਜਿਹੜੇ ਹੈਗੇ ਆ ਉਹ ਕਈ ਵਾਰ ਸਾਈਲੇਜ ਖਾਣੀ ਘੱਟ ਕਰ ਦਿੰਦੇ ਆ ਜਾਂ ਛੱਡ ਵੀ ਦਿੰਦੇ ਹੈਗੇ ਆ। ਚੌਥੇ ਨੰਬਰ ਦੇ ਉੱਤੇ ਬਿਊਟੈਰਿਕ ਐਸਿਡ ਆ। ਬਿਊਟੈਰਿਕ ਐਸਿਡ ਤਾਂ ਹੋਣਾ ਹੀ ਨਹੀਂ ਚਾਹੀਦਾ, ਜੇ ਹੋਵੇ ਵੀ ਤਾਂ 0.13% ਤੋਂ ਘੱਟ ਹੋਣਾ ਚਾਹੀਦਾ, ਕਿਉਂਕਿ ਬਿਊਟੈਰਿਕ ਐਸਿਡ ਹੋਣ ਦਾ ਮਤਲਬ ਆ ਕਿ ਜਿਹੜੇ ਇੱਕ ਨਾ ਚਾਹੁਣ ਵਾਲੇ ਬੈਕਟੀਰੀਆ ਹੈਗੇ ਆ, ਕਲੋਸਟ੍ਰੀਡੀਆ, ਉਹਦੇ 'ਚ ਜਿਹੜੇ ਹੈਗੇ ਉਹ ਗਰੋ ਕਰਦੇ ਪਏ ਹੈਗੇ ਆ, ਉਹਦੇ 'ਚ ਉਹਨਾਂ ਦੀ ਹੋਂਦ ਵੱਧਦੀ ਪਈ ਹੈਗੀ ਆ। ਸੋ ਇਹਦੇ ਇਲਾਵਾ ਟੌਕਸਨਸ ਵੀ ਅੱਜ ਕੱਲ੍ਹ ਬੜੇ ਮਹੱਤਵਪੂਰਨ ਹੈਗੇ ਆ। ਐਫਲਾਟੌਕਸਨ ਜਿਹੜੇ ਆ ਉਹ 20 ਪਾਰਟਸ ਪਰ ਬਿਲੀਅਨ ਜਿਹੜੇ ਆ ਉਦੋਂ ਘੱਟ ਹੋਣੇ ਚਾਹੀਦੇ ਆ, ਇਹੀ ਲਿਮਿਟ ਹੈਗੀ ਆ। ਜੇ ਇਦੋਂ ਵੱਧ ਹੋਏਗਾ ਤਾਂ ਯਕੀਨਨ ਜਿਹੜਾ ਪਸ਼ੂ ਦੇ ਅੰਦਰ ਜਾਣਗੇ, ਉਹ ਦੁੱਧ ਦੀ ਕੁਆਲਿਟੀ ਨੂੰ ਵੀ ਪ੍ਰਭਾਵਿਤ ਕਰਨਗੇ ਤੇ ਪਸ਼ੂ ਜਿਹੜਾ ਹੈਗਾ ਸਾਡਾ ਦੁਧਾਰੂ ਹੈਗਾ, ਉਹਦੀ ਪਰਫਾਰਮੈਂਸ ਹੈਗੀ ਜਿਹੜੀ, ਉਹਦਾ ਜਿਹੜਾ ਦੁੱਧ ਦਾ ਉਤਪਾਦਨ ਹੈਗਾ ਉਹ ਵੀ ਕਿਤੇ ਨਾ ਕਿਤੇ ਅਸਰਅੰਦਾਜ਼ ਹੋਏਗਾ। ਸੋ ਇਹਦੇ ਨਾਲ ਜਿਹੜਾ ਜੇ ਆਪਾਂ ਇਹਦੋਂ ਇਲਾਵਾ ਅਮੋਨੀਆ ਨਾਈਟ੍ਰੋਜਨ ਜਿਹੜੀ ਬੜੀ ਇੰਪੋਰਟੈਂਟ ਹੈਗੀ ਆ, ਬੜੀ ਮਹੱਤਵਪੂਰਨ ਹੈਗੀ ਆ, ਉਹ ਵੀ ਜਿਹੜੀ ਹੈਗੀ ਆ ਜੇ 5% ਤੋਂ ਘੱਟ ਹੋਵੇ ਕੁੱਲ ਨਾਈਟ੍ਰੋਜਨ ਦਾ ਤਾਂ ਅਸੀਂ ਮੰਨਦੇ ਕਿ ਸਾਈਲੇਜ ਦੀ ਕੁਆਲਿਟੀ ਐਕਸੀਲੈਂਟ ਆ, ਬਹੁਤ ਸ਼ਾਨਦਾਰ ਸਾਈਲੇਜ ਹੈਗੀ ਆ। 10% ਤੱਕ ਜਿਹੜੀ ਹੈਗੀ ਆ ਉਹ ਠੀਕ ਮੰਨੀ ਜਾਂਦੀ ਆ। 10 ਤੋਂ ਬਾਅਦ ਅਸੀਂ ਮੰਨਦੇ ਕਿ ਸਾਡੀ ਜਿਹੜੀ ਖਮੀਰੀਕਰਨ ਸੀ, ਫਰਮੈਂਟੇਸ਼ਨ ਸੀ, ਉਹ ਉਚਿਤ ਜਾਂ ਵਾਜਬ ਨਹੀਂ ਹੋਈ। ਸੋ ਇਸ ਤੋਂ ਇਲਾਵਾ ਪ੍ਰੋਟੀਨ ਦੀ ਮਾਤਰਾ ਵੀ ਜੇ
8 ਤੋਂ 9% ਘੱਟੋ ਘੱਟ ਹੋਵੇ ਜਾਂ 9% ਤੋਂ ਵੱਧ ਹੋਵੇ, ਵਧੀਆ ਗੱਲ ਆ। ਔਰ ਊਰਜਾ ਵੀ ਜਿਹੜੀ ਹੈਗੀ ਆ ਜੇ 10.5 ਜਿਹੜੀ ਆ ਮੈਗਾਜੋਲ ਤੋਂ ਵੱਧ ਹੋਵੇ ਤਾਂ ਅਸੀਂ ਮੰਨਦੇ ਹਾਂ ਕਿ ਸਾਡੇ ਪਸ਼ੂ ਦੀ ਜਿਹੜੀ ਪਰਫਾਰਮੈਂਸ ਹੈਗੀ ਆ, ਸਾਡੇ ਪਸ਼ੂ ਦਾ ਉਤਪਾਦਨ ਜਿਹੜਾ ਉਹ ਬਹੁਤ ਵਧੀਆ ਰਹੇਗਾ। ਜੀ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਵੀ ਇੱਕ ਪਸ਼ੂ ਪਾਲਕ ਵੀਰ ਬਾਹਰੀ ਤੌਰ ਤੇ ਜਾਂ ਫਿਰ ਅੰਦਰੂਨੀ ਤੌਰ ਤੇ ਸਾਈਲੇਜ ਦੇ ਮਿਆਰ ਦਾ ਕਿੱਦਾਂ ਪਤਾ ਲਗਾ ਸਕਦਾ ਹੈਗਾ। ਡਾਕਟਰ ਸਾਹਿਬ ਇੱਕ ਇਹ ਵੀ ਦੱਸੋ, ਜੇ ਪਸ਼ੂ ਪਾਲਕ ਵੀਰ ਨੇ ਉਹਨੇ ਆਪਣੇ ਸਾਈਲੇਜ ਦਾ ਟੈਸਟ ਕਰਾਉਣਾ ਹੋਵੇ ਜਾਂ ਜਿਹੜੇ ਟੈਸਟ ਤੁਸੀਂ ਦੱਸੇ ਨੇ ਉਹ ਚੈੱਕ ਕਰਵਾਉਣੇ ਹੋਣ ਤਾਂ ਉਹ ਕਿੱਥੋਂ ਕਰਵਾ ਸਕਦਾ ਹੈ? ਸੋ ਜਿਹੜਾ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਪਸ਼ੂ ਆਹਾਰ ਵਿਭਾਗ ਆ ਜੀ, ਉਹਦੇ ਵਿੱਚ ਅਸੀਂ ਇਹ ਸਾਰੇ ਜਿਹੜੇ ਟੈਸਟ ਕਰਦੇ ਹੈਗੇ ਆ। ਸਾਈਲੇਜ ਦੇ ਵਿੱਚ ਜਿਹੜਾ ਉਹਦਾ ਡਰਾਈ ਮੈਟਰ ਕਿੰਨਾ ਹੈਗਾ, ਉਹਦੇ ਵਿੱਚ ਪੀਐਚ ਕਿੰਨੀ ਆ, ਅਮੋਨੀਆ ਕਿੰਨਾ, ਲੈਕਟਿਕ ਐਸਿਡ ਕਿੰਨਾ ਹੈਗਾ। ਸੋ ਇਦਾਂ ਦੇ ਸਾਰੇ ਜਿਹੜੀਆਂ ਚੀਜ਼ਾਂ ਅਸੀਂ ਇੱਥੇ ਟੈਸਟ ਕਰਕੇ ਦਿੰਦੇ ਆ। ਤੇ ਜਿਹੜਾ ਟੈਸਟ ਹੈਗਾ ਉਹ ਕਿਸਾਨਾਂ ਦੇ ਲਈ 800 ਰੁਪਏ ਦੇ ਵਿੱਚ ਸਾਰਾ ਹੀ ਟੈਸਟ ਅਸੀਂ ਕਰਕੇ ਜਿਹੜੇ ਆ 3 ਤੋਂ 5 ਦਿਨ ਦੇ ਵਿੱਚ ਜਿਹੜੇ ਵਰਕਿੰਗ ਡੇਜ਼ ਹੈਗੇ ਆ ਉਹਨਾਂ ਦੇ ਵਿੱਚ ਅਸੀਂ ਜਿਹੜੀ ਰਿਪੋਰਟ ਹੈਗੀ ਆ ਕਿਸਾਨ ਵੀਰਾਂ ਨੂੰ ਦੇ ਦਿੰਦੇ ਹੈਗੇ ਆ। ਸੋ 0161 241 4040 ਜਿਹੜਾ ਸਾਡੇ ਪਸ਼ੂ ਆਹਾਰ ਵਿਭਾਗ ਦਾ ਫੋਨ ਨੰਬਰ ਹੈਗਾ। ਕਦੇ ਵੀ ਕਿਸਾਨ ਵੀਰ ਜਿਹੜੇ ਹੈਗੇ ਆ ਉਸ ਦਿਨ ਛੁੱਟੀ ਨਾ ਹੋਵੇ। ਸੋ ਵਰਕਿੰਗ ਡੇ ਦੇ ਵਿੱਚ ਜਿੱਦਣ ਸਰਕਾਰੀ ਦਫ਼ਤਰ ਖੁੱਲ੍ਹੇ ਹੈਗੇ ਆ ਉਸ ਦਿਨ 9 ਤੋਂ 5 ਆ ਕੇ ਕਿਸੇ ਵੇਲੇ ਵੀ ਆਪਣਾ ਜਿਹੜਾ ਸੈਂਪਲ ਹੈਗਾ ਆ ਸਾਈਲੇਜ ਦਾ ਉਹ ਲਿਆ ਕੇ ਸਾਨੂੰ ਜਮ੍ਹਾਂ ਕਰਾ ਸਕਦਾ ਔਰ ਅਸੀਂ ਉਹਦੀ ਰਿਪੋਰਟ ਉਹਨਾਂ ਦੇ ਮੋਬਾਈਲ ਫੋਨ ਦੇ ਉੱਤੇ WhatsApp ਦੇ ਉੱਤੇ ਭੇਜ ਦਿੰਦੇ ਹਾਂ। ਜੀ ਡਾਕਟਰ ਸਾਹਿਬ ਇਹ ਵੀ ਦੱਸੋ, ਜੇ ਪਸ਼ੂ ਪਾਲਕ ਵੀਰ ਨੇ ਸੈਂਪਲ ਲੈ ਕੇ ਆਉਣਾ ਹੋਵੇ ਤਾਂ ਉਹ ਕਿੰਨੀ ਕੁ ਮਾਤਰਾ 'ਚ ਸੈਂਪਲ ਲੈ ਕੇ ਆਵੇ ਤੇ ਕਿਵੇਂ ਲੈ ਕੇ ਆਵੇ? ਸੋ ਜਿਹੜਾ ਸੈਂਪਲ ਲੈਣਾ ਸਾਈਲੇਜ ਦਾ, ਇੱਕ ਤਾਂ ਉਹ ਇੱਕ ਜਗ੍ਹਾ ਤੋਂ ਨਾ ਹੋ ਕੇ ਘੱਟੋ ਘੱਟ 8-10 ਜਗ੍ਹਾ ਤੋਂ ਹੋਣਾ ਚਾਹੀਦਾ। ਉਹਨੂੰ ਮਿਕਸ ਕਰ ਲਈਏ ਅਸਾਂ ਲੈ ਕੇ ਸੈਂਪਲ। ਮਿਕਸ ਕਰਨ ਤੋਂ ਬਾਅਦ ਅਸੀਂ ਜਿਹੜਾ ਲਗਭਗ ਜਿਹੜਾ ਕਹਿ ਲਈਏ ਆਪਾਂ ਕਿ 2 ਕਿਲੋ ਦੇ ਕਰੀਬ ਸੈਂਪਲ ਜਿਹੜਾ ਹੈਗਾ ਇੱਕ ਲਿਫਾਫੇ ਦੇ ਵਿੱਚ ਪਾਈਏ, ਚੰਗੀ ਤਰ੍ਹਾਂ ਉਹਨੂੰ ਪੈਕ ਕਰੀਏ। ਪੈਕ ਕਰਕੇ ਉਹਨੂੰ ਜਿਹੜਾ ਹੈਗਾ ਭਾਵੇਂ ਉੱਤੇ ਟੇਪ ਵਗੈਰਾ ਲਾ ਦਈਏ। ਲਾ ਕੇ ਅਸੀਂ ਜੇ ਆਈਸ ਬਾਕਸ ਵਿੱਚ ਰੱਖ ਕੇ ਲਿਆ ਸਕਦੇ ਹਾਂ ਤਾਂ ਬਹੁਤ ਚੰਗੀ ਗੱਲ ਆ। ਔਰ ਸਾਡੀ ਕੋਸ਼ਿਸ਼ ਇਹ ਹੋਵੇ ਕਿ ਸੈਂਪਲ ਕੱਢਣ ਤੋਂ ਬਾਅਦ ਜਿੰਨੀ ਜਲਦੀ ਸੰਭਵ ਹੋਵੇ ਓਨੀ ਜਲਦੀ ਸਾਡੇ ਪਸ਼ੂ ਆਹਾਰ ਵਿਭਾਗ ਦੇ ਵਿੱਚ ਉਹਦੀ ਪਰਖ ਕਰਨ ਲਈ ਪਹੁੰਚਦਾ ਕਰ ਦਿੱਤਾ ਜਾਵੇ। ਜੀ ਡਾਕਟਰ ਸਾਹਿਬ ਤੁਸੀਂ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਸਾਈਲੇਜ ਦੇ ਮਿਆਰ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ। ਮੈਨੂੰ ਉਮੀਦ ਹੈ ਵੀ ਸਾਡੇ ਜਿਹੜੇ ਪਸ਼ੂ ਪਾਲਕ ਵੀਰ ਜਿਹੜੇ ਸਾਈਲੇਜ ਦੀ ਵਰਤੋਂ ਕਰ ਰਹੇ ਨੇ ਉਹ ਇਹਨਾਂ ਮਿਆਰਾਂ ਨੂੰ ਧਿਆਨ 'ਚ ਰੱਖ ਕੇ ਹੀ ਸਾਈਲੇਜ ਦੀ ਵਰਤੋਂ ਕਰਨਗੇ ਤੇ ਆਪਣੇ ਜਿਹੜੇ ਵਡਮੁੱਲੇ ਪਸ਼ੂ ਤੋਂ ਵੱਧ ਲਾਹਾ ਲੈਣਗੇ। ਤੁਹਾਡਾ ਡਾਕਟਰ ਸਾਹਿਬ ਇਸ ਪ੍ਰੋਗਰਾਮ ਵਿੱਚ ਆਉਣ 'ਚ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਧੰਨਵਾਦ।